हेलो एवरीवन, मेरा नाम निष्ठा बंसल है। मैं एक फाइनल ईयर स्टूडेंट ਹਾਂ ਏਮਸ ਭੋਪਾਲ 'ਚ। ਮੈਨੇ ਆਪਣਾ ਨੀਟ 2020 'ਚ ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀ। ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਨਾਲ ਸਟਾਰਟ ਕਰਾਂਗੇ ਜਿਹਦਾ ਨਾਮ ਹੈ ਪਲਾਂਟ ਕਿੰਗਡਮ। ਜਿਹੜਾ ਡਾਇਵਰਸਿਟੀ ਵਾਲਾ ਯੂਨਿਟ ਹੈ ਇਹਦੇ ਅੰਦਰ ਇਹ ਤੀਜਾ ਚੈਪਟਰ ਹੈ। ਹੁਣ ਤੱਕ ਡਾਇਵਰਸਿਟੀ ਵਾਲੇ ਯੂਨਿਟ ਦੇ ਅੰਦਰ ਦ ਲਿਵਿੰਗ ਵਰਲਡ ਡਿਸਕਸ ਹੋ ਚੁੱਕੇ ਹੈ ਤੇ ਉਸ ਤੋਂ ਬਾਅਦ ਬਾਇਓਲੋਜੀਕਲ ਕਲਾਸੀਫਿਕੇਸ਼ਨ ਜਿਹੜੇ ਇਹਨਾਂ ਨੇ ਸਾਰੇ ਉਹ ਦੋਨੋਂ ਚੈਪਟਰਸ ਕਵਰ ਕਰਨ ਤੋਂ ਬਾਅਦ ਇਹ ਚੈਪਟਰ ਸਟਾਰਟ ਕੀਤਾ ਹੋਏਗਾ। ਤਾਂ ਉਹਦੇ ਅੰਦਰ ਇਹ ਕਵਰ ਹੋਇਆ ਕਿ nomenclature ਕੀ ਹੁੰਦਾ ਹੈ, ਫਿਰ ਉਸ ਤੋਂ ਬਾਅਦ ਕਲਾਸੀਫਿਕੇਸ਼ਨ ਦੇ ਨੀਡ ਇਹ ਤੇ ਕਲਾਸੀਫਿਕੇਸ਼ਨ ਕਿਉਂ ਇੰਪੋਰਟੈਂਟ ਹੈ, ਫਿਰ ਵੇਰੀਅਸ ਸਿਸਟਮ ਆਫ ਕਲਾਸੀਫਿਕੇਸ਼ਨਸ ਤੇ ਉਸ ਤੋਂ ਬਾਅਦ ਫਿਰ 5 ਕਿੰਗਡਮ ਸਿਸਟਮ ਪੜਿਆ ਤੇ ਉਹਨਾਂ ਦੇ ਅੰਦਰ ਕਿੰਗਡਮ ਮੋਨੇਰਾ, ਪ੍ਰੋਟਿਸਟਾ ਤੇ ਫੰਜਾਈ ਨੂੰ ਇਨ ਡਿਟੇਲਸ ਡਿਸਕਸ ਕੀਤਾ ਤੇ ਪੜਿਆ ਕਿ ਕੀ ਹੁੰਦੇ ਆ ਉਹਨਾਂ ਦੇ ਅੰਦਰ ਆਰਗੈਨਿਜ਼ਮ ਤੇ ਕਿਵੇਂ ਕਲਾਸੀਫਾਈ ਕਰਦੇ। ਤਾਂ ਹੁਣ ਉਹਦੇ ਅੰਦਰ ਚੌਥਾ ਕਿੰਗਡਮ ਹੈ ਪਲਾਂਟ ਕਿੰਗਡਮ। ਤਾਂ ਹੁਣ ਉਹਨੂੰ ਸਟਾਰਟ ਕਰਾਂਗੇ। ਤਾਂ ਐਵੇਂ ਲਿਖਿਆ ਹੁਣ ਚੈਪਟਰ ਦੇ ਅੰਦਰ ਕਿ ਇਨ ਦ ਪ੍ਰੀਵੀਅਸ ਚੈਪਟਰ ਵੀ ਹੈਵ at the broad classification of living organisms under the system proposed by R.H. Taker. Broad classification देखिए ਤੇ R.H. Taker ਨੇ ਹੀ 5 kingdom system propose ਕੀਤਾ ਸੀ in 1969। ਤਾਂ 5 kingdoms ਕਿਹੜੇ ਸੀਗੇ ਉਹਦੇ ਅੰਦਰ? ਮੋਨੇਰਾ, ਪ੍ਰੋਟਿਸਟਾ, ਫੰਜਾਈ, ਐਨੀਮੇਲੀਆ ਤੇ ਪਲਾਂਟੀ। ਤਾਂ ਹੁਣ ਇਹ ਚੈਪਟਰ ਦੇ ਅੰਦਰ ਆਪਾਂ ਮੇਨਲੀ ਕੀ ਡੀਲ ਕਰਾਂਗੇ? ਪਲਾਂਟੀ ਨਾਲ। kingdom plant. We must stress here that our understanding of the kingdom plant has changed over time. Fungi and the members of Monera and Protista having cell wall have now been excluded from kingdom plant. ਪਹਿਲਾਂ ਕੀ ਸੀਗਾ ਕਿ ਜਿਹੜਾ ਟੂ ਕਿੰਗਡਮ ਸਿਸਟਮ ਆਇਆ ਸੀਗਾ ਤਾਂ ਉਹਦੇ ਅੰਦਰ ਕੀ ਸੀਗਾ ਕਿ ਕੈਂਡਲਸ ਨੇ ਕਿਵੇਂ ਕਲਾਸੀਫਾਈ ਕੀਤਾ ਸੀ ਕਿ ਆਰਗੈਨਿਜ਼ਮ ਜਿਨ੍ਹਾਂ ਦੇ ਅੰਦਰ ਸੈਲ ਵਾਲ ਪ੍ਰੈਜ਼ੈਂਟ ਹੈ ਤੇ ਸੈਲ ਵਾਲ ਐਬਸੈਂਟ ਹੈ, ਐਵੇਂ ਦੋ ਚ ਕਲਾਸੀਫਾਈ ਕੀਤਾ ਸੀਗਾ। ਤਾਂ ਐਬਸੈਂਟ ਵਾਲੇ ਨੂੰ ਐਨੀਮੇਲੀਆ ਬੋਲੇ ਸੀ, ਪ੍ਰੈਜ਼ੈਂਟ ਵਾਲੇ ਨੂੰ ਪਲਾਂਟ ਬੋਲੇ ਸੀ। ਤੇ ਉਹਦੇ ਅੰਦਰ ਸਾਰੇ ਆਰਗੈਨਿਜ਼ਮ ਆ ਜਾਂਦੇ ਸੀਗੇ, ਫੰਜਾਈ ਦੇ, ਮੋਨੇਰਾ ਦੇ, ਪ੍ਰੋਟਿਸਟਾ ਦੇ, ਜਿਨ੍ਹਾਂ ਕੋਲ ਸੈਲ ਵਾਲ ਸੀਗੀ, ਬਟ ਹੁਣ ਉਹ ਐਕਸਕਲੂਡ ਹੋ ਚੁੱਕੇ ਨੇ। ਫਿਰ ਉਸ ਤੋਂ ਬਾਅਦ ਕੀ ਆਉਂਦੇ ਕਿ ਸੋ ਦੀ ਸਾਇਨੋਬੈਕਟੀਰੀਆ ਦੈਟ ਆਰ ਰੈਫਰਡ ਟੂ ਐਸ ਗ੍ਰੀਨ ਐਲਗੀ ਐਂਡ ਨਾਟ ਐਲਗੀ ਐਨੀਮੋਰ। ਇਹਦਾ ਕੀ ਮਤਲਬ ਹੈ ਕਿ ਸਾਇਨੋਬੈਕਟੀਰੀਆ ਜਿਹੜਾ ਦੂਜਾ ਨਾਮ ਬਲੂ ਗ੍ਰੀਨ ਐਲਗੀ ਵੀ ਹੈ, ਉਹਨਾਂ ਜਿਹੜੇ ਪਿਗਮੈਂਟਸ ਉਹਦੇ ਕਰਕੇ ਬਲੂ ਗ੍ਰੀਨ ਐਲਗੀ ਬੋਲਦੇ, ਉਹ ਇੱਕ ਫਾਲਸ ਨੇਮ ਬੋਲ ਸਕਦੇ ਆ ਕਿ ਪਿੱਛੇ ਐਲਗੀ ਬੋਲੇਗੀ, ਬਟ ਐਕਚੁਅਲੀ ਉਹ ਐਲਗੀ ਨਹੀਂ ਆ, ਉਹ ਆਉਂਦੇ ਕਿੰਗਡਮ ਮੋਨੇਰਾ ਦੇ ਅੰਦਰ। ਐਵੇਂ ਹੁਣ ਇਹ ਕਿੰਗਡਮ ਦੇ ਅੰਦਰ ਆਪਾਂ ਕੀ ਪੜਾਂਗੇ? ਐਲਗੀ, ਬ੍ਰਾਇਓਫਾਈਟਾ, ਟੈਰੀਡੋਫਾਈਟਸ, ਜਿਮਨੋਸਪਰਮਸ ਐਂਡ ਐਂਜੀਓਸਪਰਮਸ। Let us look at the classification within angiosperms to understand some of the concerns that influence the classification system. ਹੁਣ ਕੀ ਹੈ ਕਿ ਜਿਹੜਾ earlier system of classification ਸੀਗਾ that used only gross superficial morphological characters। ਕੀ ਹੁੰਦਾ ਸੀ gross ਮਤਲਬ ਜਿਹੜੇ ਆਪਾਂ ਨੂੰ ਮੈਕਰੋਸਕੋਪਿਕਲੀ ਦਿਖਦੇ ਆ, ਸੁਪਰਫਿਸ਼ੀਅਲ ਮਤਲਬ ਬਾਹਰ ਤੋਂ ਦਿਖ ਸਕਦੇ ਨੇ, ਤੇ ਉਸ ਤੋਂ ਬਾਅਦ ਮਾਰਫੋਲੋਜੀ ਮਤਲਬ ਜਿਹੜੇ ਆਰਗਨਸ ਹੈ ਜਾਂ ਫਿਰ ਕੋਈ ਵੀ ਆਰਗਨ ਜਾਂ ਟਿਸ਼ੂ ਹੈ ਉਹਦੀ ਅਪੀਅਰੈਂਸ ਕਿਵੇਂ ਹੈ ਬਾਹਰੋਂ। ਐਨਾਟਮੀ ਕੀ ਹੋ ਜਾਏਗਾ ਕਿ ਆਪਾਂ ਨੂੰ ਵਿਦਿਨ ਆਪਾਂ ਅਰੇਂਜਮੈਂਟ ਦੇਖਾਂਗੇ ਕਿਸ ਟਿਸ਼ੂ ਦਾ ਕੰਪੋਜ਼ ਹੈ, ਆਰਗੇਨਾਈਜੇਸ਼ਨ ਕਿਆ। ਮਾਰਫੋਲੋਜੀਕਲ ਕੈਰੈਕਟਰਿਸਟਿਕਸ such as habit, color, number, shape of leaves, etc. They were based mainly on vegetative characters or on the androecium structure. किसी का सबसे पहला था ग्रॉस सुपरफिशियल मॉर्फोलॉजिकल कैरेक्टर्स। फिर उसके बाद आ जाए कि ये मेनली वेजिटेटिव कैरेक्टर्स यूज करते से या फिर एंड्रोशियम स्ट्रक्चर किन्हें दिखता से वो लीनियस ने। सच सिस्टम्स वर आर्टिफिशियल। इन सिस्टम में की बोलेंगे आर्टिफिशियल सिस्टम्स। फिर क्या कहते हैं they separated closely related species since they were based on a few characteristics. ਹੁਣ ਜਿਹੜੇ closely related species ਸੀਗੇ ਉਹ separate ਹੋ ਜਾਂਦੇ ਸੀ ਕਿਉਂਕਿ ਫਾਈਲੋਜੈਨੀ ਤੱਕ ਕੰਸੀਡਰ ਕੀਤੀ ਨਹੀਂ ਗਈ ਸੀ, ਜੋ ਮਾਰਫੋਲੋਜੀ ਤੇ ਬਾਕੀ ਵੈਜੀਟੇਟਿਵ ਕੈਰੈਕਟਰਸ ਇਨਕਲੂਡ ਹੋ ਰਹੇ ਸੀਗੇ ਜਾਂ ਫਿਰ ਐਂਡਰੋਸ਼ੀਅਮ ਜਿਹੜਾ ਲਿਨੀਅਸ ਨੇ ਦਿੱਤਾ ਸੀਗਾ। ਤਾਂ ਬਹੁਤ ਸਾਰੇ ਪਲਾਂਟਸ ਜਿਹੜੇ ਦੇਖਣ ਐਂ ਲੱਗਦੇ ਕਿ ਕਲੋਜ਼ਲੀ ਰਿਲੇਟਡ ਹੈ, ਉਹਨਾਂ ਦਾ ਐਵੋਲੂਸ਼ਨ ਇਕੱਠੇ ਗਰੁੱਪਸ ਹੋਇਆ ਹੈ ਜਾਂ ਜਿਵੇਂ ਵੀ, ਬਟ ਐਕਚੁਅਲੀ ਉਹ ਬਹੁਤ different है तो separate है उन्होंने evolution से phylogenetically. Then here also the artificial system gave equal weightage to vegetative and sexual characteristics. ये statement बहुत important है, काफी बार आ जाती है कि केड़े system equal weightage दिंदा है। artificial system में जेड़ा equal weightage दिंदा है vegetative ਤੇ sexual characters में। This is not acceptable since we know that often the vegetative characters are more easily affected by the environment. ਜਿਹੜਾ vegetative characters हैं, they are more easily affected by the environment. As against this, the natural classification systems developed.
ਇਸ ਤੋਂ ਬਾਅਦ ਕੀ ਆਇਆ? ਨੈਚੁਰਲ ਕਲਾਸੀਫਿਕੇਸ਼ਨ ਸਿਸਟਮ। ਉਹਨੇ ਕੀ ਕੰਸੀਡਰ ਕੀਤਾ? ਦੇ ਵਰ ਬੇਸਡ ਔਨ natural affinities among the organisms, based on ਕੀ ਸੀ? Based on natural affinities among the organisms, and consider not only external features but also internal features. External features ਤਾਂ consider ਹੋ ਹੀ ਰਹੀਆਂ ਸੀ ਪਹਿਲੇ gross morphology ਦੇ ਅੰਦਰ, but ਹੁਣ internal features ਵੀ include ਹੋ ਰਹੇ ਸੀ, ਜਿਵੇਂ ਕਿ like ultrastructure, anatomy, embryology, and cytochemistry. Such a classification of flowering plants was given by George Bentham and Joseph Dalton Hooker. ਇਹਨੂੰ ਕੀ ਬੋਲਦੇ? ਇਹਨੂੰ Bentham and Hooker system ਨਹੀਂ ਬੋਲਦੇ, ਕਿ natural classification system was given by Bentham and Hooker. ਪੂਰਾ ਨਾਮ ਕੀ ਹੈ? George Bentham and Joseph Dalton Hooker. ਹੁਣ ਕੀ ਇੱਕ ਹੋਰ ਚੀਜ਼ ਆ ਜਾਂਦੀ ਹੈ, ਕੀ ਬੋਲੇ? ਕਲਾਸੀਫਿਕੇਸ਼ਨ ਆਫ ਫਲਾਵਰਿੰਗ ਪਲਾਂਟਸ। ਤੇ ਮੈਂ ਛੋਟੇ ਕੀਵਰਡਸ ਹੈ ਜਿਨ੍ਹਾਂ ਨਾਲ ਉਹਦੇ ਕੁਐਸਚਨਸ ਬਣ ਜਾਂਦੇ ਆ, ਤੇ 3-4 ਲਾਈਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਅੱਛੀ ਤਰ੍ਹਾਂ ਸਮਝਣਾ ਵੀ ਹੁੰਦਾ। ਹੁਣ ਉਸ ਤੋਂ ਬਾਅਦ ਕੀ ਆਉਂਦਾ ਕਿ ਜਿਵੇਂ ਇੱਕ ਕੁਐਸਚਨ ਆ ਜਾਂਦਾ ਕਿ ਸਿਸਟਮ ਆਫ ਕਲਾਸੀਫਿਕੇਸ਼ਨ ਵਿੱਚ ਲਾਰਜ ਨੰਬਰ ਆਫ ਟ੍ਰੇਟਸ ਆਰ ਕੰਸੀਡਰਡ, ਤਾਂ ਉਹਨੂੰ ਵੀ ਨੈਚੁਰਲ ਸਿਸਟਮ ਬੋਲ ਸਕਦੇ ਆ, ਕਿ ਉਹਦੇ ਅੰਦਰ ਸਾਰੇ ਇੰਟਰਨਲ ਫੀਚਰਸ, ਐਕਸਟਰਨਲ ਫੀਚਰਸ ਇੰਕਲੂਡ ਹੁੰਦੇ ਨੇ, ਨੈਚੁਰਲ ਐਫਿਨਿਟੀਜ਼ ਇੰਕਲੂਡ ਹੁੰਦੀਆਂ ਨੇ ਸਭ। ਹੁਣ ਅੱਗੇ ਆ ਜਾਂਦਾ ਕਿ ਐਟ ਪ੍ਰੈਜ਼ੈਂਟ ਕਿਹੜਾ ਸਿਸਟਮ ਯੂਜ਼ ਹੁੰਦਾ? ਐਟ ਪ੍ਰੈਜ਼ੈਂਟ ਯੂਜ਼ ਹੁੰਦਾ phylogenetic classification system, ਠੀਕ ਹੈ। ਇਹਦੇ ਅੰਦਰ ਕੀ ਹੁੰਦਾ? ਇਟ ਇਜ਼ ਬੇਸਡ ਔਨ evolutionary relationships between the various organisms are accepted. This assumes that the organisms belonging to the same taxa have a common ancestor, ठीक है। Now we use information from many other sources to help resolve difficulties in classification. These become more important when there is no supporting fossil evidence. ਕੀ ਹੁੰਦਾ ਕਿ ਹੁਣ ਜਿਵੇਂ ਐਵੋਲੂਸ਼ਨਰੀ ਰਿਲੇਸ਼ਨਸ਼ਿਪਸ ਐਸਟੈਬਲਿਸ਼ ਕਰਨੇ ਆ ਵੇਰੀਅਸ ਆਰਗੈਨਿਜ਼ਮਸ ਦੇ ਵਿੱਚ, ਤਾਂ ਉਹਦੇ ਲਈ ਆਪਾਂ ਨੂੰ ਕੁਝ ਡੇਟਾਬੇਸ ਦੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਤੇ ਇਨਫੋਰਮੇਸ਼ਨ ਬਹੁਤ ਸਾਰੇ ਸੋਰਸਿਸ ਤੋਂ ਲਿੱਤੀ ਜਾਂਦੀ ਹੈ। ਤੇ ਉਸ ਤੋਂ ਇਲਾਵਾ ਜਦੋਂ ਕੋਈ ਫੋਸਿਲ ਐਵੀਡੈਂਸ ਨਹੀਂ ਹੁੰਦਾ ਤਾਂ ਉਹ ਜ਼ਿਆਦਾ ਹੈਲਪਫੁਲ ਹੁੰਦੀ ਹੈ, ਜਾਂ ਫਿਰ ਫੋਸਿਲ ਇਨਫੋਰਮੇਸ਼ਨ ਲਿੱਤੀ ਜਾਂਦੀ ਹੈ। ਇਹਨੂੰ ਰਿਸੋਰਸਿਸ ਦੀ ਗੱਲ ਕਰੀਏ, ਕਿਹੜੇ ਰਿਸੋਰਸਿਸ ਯੂਜ਼ ਹੁੰਦੇ ਨੇ ਕਲਾਸੀਫਿਕੇਸ਼ਨ ਦੇ ਅੰਦਰ, ਤਾਂ ਹੋ ਜਾਂਦੇ ਤੈਨੂੰ ਆ ਜਾਏਗਾ ਹਰਬੇਰੀਅਮ ਮਤਲਬ ਮੈਂ ਡਰਾਈ ਗਾਰਡਨ ਬੋਲ ਦਿੰਦੀ ਹਾਂ, ਪਲਾਂਟਸ ਦੇ ਡਰਾਈਡ ਆਊਟ ਪਾਰਟਸ ਨੂੰ, ਜਿਵੇਂ ਲੀਫ ਨੂੰ ਡਰਾਈ ਕਰਕੇ ਇੱਕ ਪੇਜ ਤੇ ਉਹਨੂੰ ਸਟੋਰ ਕਰ ਦਿੱਤੇ, ਉਹਦੇ ਅੰਦਰ ਇਨਫੋਰਮੇਸ਼ਨ ਲਿਖੀ ਹੁੰਦੀ ਹੈ। ਫਿਰ ਬੋਟੈਨੀਕਲ ਗਾਰਡਨਸ ਹੋ ਗਏ, ਮਿਊਜ਼ੀਅਮਸ ਹੋ ਗਏ, ਫਿਰ ਉਸ ਤੋਂ ਬਾਅਦ ਜ਼ੂਲੌਜੀਕਲ ਪਾਰਕਸ ਹੋ ਗਏ, ਇਹ ਸਾਰੇ ਇੱਕ ਡੇਟਾਬੇਸ ਸਿਸਟਮ ਹੀ ਹੈ ਜਿਹਦੇ ਤੋਂ ਆਪਾਂ ਨੂੰ ਹੈਲਪ ਮਿਲਦੀ ਹੈ ਕਲਾਸੀਫਿਕੇਸ਼ਨ ਲਈ। ਹੁਣ ਇਸ ਤੋਂ ਬਾਅਦ ਆ ਜਾਂਦੇ ਕਿ ਜਿਹੜਾ ਫਾਈਲੋਜੈਨੇਟਿਕ ਸਿਸਟਮ ਸੀਗਾ ਉਹ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਤੇ ਬੇਸਡ ਹੈ। Now we use information from many other sources to help resolve the difficulties in classification. These become more important when there is no supporting fossil evidence. First of all, the numerical taxonomy, which is now easily carried out using computers, is based on all the observable characteristics. First of all, the fourth classification system की बोल सकते हैं numerical taxonomy, ਜਿਹੜਾ ਕੀ ਹੁੰਦਾ ਉਹ carried out ਹੁੰਦਾ computers ਤੇ, easily carried out using computers. ਇਹ ਸਾਰੇ observable characters ਨੂੰ use ਕਰਦੇ ਆ। ਇਹਦੇ ਨਾਲ ਹੁੰਦਾ ਕਿ numbers and codes are assigned to all the characters. Number ਤੇ codes ਹੁੰਦੇ ਸਾਰੇ characters ਨੂੰ, and the data are then processed. In this way, each character is given equal importance, and at the same time, hundreds of characters can be considered. तो एक हो रहा है कि जो numerical taxonomy है, वो भी हर एक character ਨੂੰ equal weightage ਦਿੰਦਾ ਹੈ। Each character is given equal weightage, and at the same time 100 of characters can be considered. कैमेरा पूछे जाए अगर 100 of characters same time पे कैमेरा कौन consider करते हैं, वो होगा numerical taxonomy system. उसके बाद एक आ जाती है cytotaxonomy, और then की होता है cytological information के ऊपर based होता है। cytological information मतलब chromosome number, structure, behavior। इसके अलावा है chemotaxonomy, वो की जिस पे base रहेगा uses of chemical constituents of the plant to resolve confusions are also used by taxonomists these days. तो उन केड़े सिस्टम हो गए? एक तो सबसे पहला आर्टिफिशियल सिस्टम हो गया, फिर नेचुरल सिस्टम्स हो गए, फिर उसके बाद फाइलोजेनेटिक, फिर न्यूमेरिकल, फिर साइटोटैक्सोनॉमी थे, कीमोटैक्सोनॉमी।
ਕਲਾਸੀਫਿਕੇਸ਼ਨ ਥੋੜਾ ਹੋਰ ਡਿਟੇਲਸ ਦੇਖਦੇ ਹਾਂ, ਇਹ ਕਿਹੜੇ ਸਿਸਟਮਸ ਤੇ ਕੀ ਹੈ, ਥੋੜੀ ਐਕਸਟਰਾ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਇੰਪੋਰਟੈਂਟ ਹੈ। ਤਾਂ ਕਲਾਸੀਫਿਕੇਸ਼ਨ, ਠੀਕ ਹੈ। ਹੁਣ ਸਭ ਤੋਂ ਪਹਿਲੇ ਤਾਂ ਕਲਾਸੀਫਿਕੇਸ਼ਨ ਦੇ ਅੰਦਰ ਇਸ ਤੋਂ ਪਹਿਲਾਂ ਵੀ ਜਿਹੜੇ ਆਰਟੀਫਿਸ਼ਲ ਸਿਸਟਮਸ ਵਗੈਰਾ ਸੀ, ਸਭ ਤੋਂ ਪਹਿਲਾਂ ਆਉਂਦੇ ਐਮਪੈਰੀਕਲ। ਦੋ ਆਉਂਦੇ, ਇੱਕ ਤਾਂ ਐਮਪੈਰੀਕਲ ਬੋਲਦੇ ਆ ਸਿਸਟਮ, ਤੇ ਇੱਕ ਰੈਸ਼ਨਲ ਸਿਸਟਮ ਬੋਲਦੇ। ਰੈਸ਼ਨਲ ਸਿਸਟਮ मतलब कुछ ऑब्जर्वेबल कैरेक्टर्स पे बेस्ड है, मतलब कुछ बेसिस है ਉਹਦੀ ਕਲਾਸੀਫਿਕੇਸ਼ਨ ਦਾ। ਐਮਪੈਰੀਕਲ ਸਿਸਟਮ ਕੀ ਸੀਗਾ, ਉਹ ਬਸ ਐਲਫਾਬੈਟਿਕਲ ਆਰਡਰ ਦੇ ਅਕੋਰਡਿੰਗ ਕਲਾਸੀਫਾਈ ਕਰਦੇ ਸੀਗਾ। ਤੇ ਉਹਦੇ ਅੰਦਰ ਕਿੰਨੀ ਕਲਾਸਿਸ ਸੀਗੀਆਂ, ਡਿਵਾਈਡਡ ਇਨਟੂ 26 ਕਲਾਸਿਸ। ਪਰ ਰੈਸ਼ਨਲ ਦੇ ਅੰਦਰ ਆ ਜਾਂਦੇ ਨੇ ਬਹੁਤ ਸਾਰੇ ਆ ਜਾਂਦੇ ਨੇ। ਕਿਹੜੇ ਸਿਸਟਮ ਆਉਂਦੇ ਨੇ, ਪ੍ਰੈਕਟੀਕਲ, ਇਹਨੇ ਆਪਾਂ ਲਿਖਦੇ ਨੇ ਨੰਬਰ 1 ਪ੍ਰੈਕਟੀਕਲ। ਫਿਰ ਉਸ ਤੋਂ ਬਾਅਦ ਨੰਬਰ 2 ਆ ਜਾਂਦਾ ਆਰਟੀਫਿਸ਼ਲ। ਆਰਟੀਫਿਸ਼ਲ ਆਪਾਂ ਨੇ ਹੁਣ ਨਹੀਂ ਪੜਿਆ, ਜਿਹਦੇ ਅੰਦਰ ਕੀ ਹੁੰਦਾ, ਔਨ ਦੀ ਬੇਸਿਸ ਆਫ ਵਨ ਔਰ ਮੋਰ ਮੋਰਫੋਲੋਜੀਕਲ ਕੈਰੈਕਟਰਸ, ਇਹ ਕਿਹਨੇ ਦਿੱਤੇ ਸੀ, ਲੀਨੀਅਸ ਨੇ ਦਿੱਤੇ ਸੀ। ਫਿਰ ਉਸ ਤੋਂ ਬਾਅਦ ਆ ਜਾਂਦੀ ਨੈਚੁਰਲ। ਨੈਚੁਰਲ ਕਿਹਨੇ ਦਿੱਤੀ ਸੀ, ਔਨ ਦੀ ਬੇਸਿਸ ਆਫ ਗ੍ਰੋਸ ਮੋਰਫੋਲੋਜੀ। ਇਹ ਹੁਣ ਆਪਾਂ ਨੇ ਪੜਿਆ ਕਿ ਗ੍ਰੋਸ ਮੋਰਫੋਲੋਜੀ, ਇੰਟਰਨਲ ਫੀਚਰਸ, ਐਕਸਟਰਨਲ ਫੀਚਰਸ ਤੇ ਇਹ ਸਭ ਹੁੰਦਾ ਸੀਗਾ। ਤੇ ਉਸ ਤੋਂ ਬਾਅਦ ਨੰਬਰ 4 ਤੇ ਆ ਜਾਂਦੀ ਹੈ ਨੂਮੈਰਿਕਲ, ਫੈਨੇਟਿਕ ਜਾਂ ਐਡਮਸੋਨੀਅਨ, मतलब ਜਿਹਦੇ ਅੰਦਰ ਉਹ ਬੈਸਟ ਨੈਚੁਰਲ ਕਲਾਸੀਫਿਕੇਸ਼ਨ, मतलब ਐਡਮਸੋਨੀਅਨ, ਇਹਦੇ ਅੰਦਰ ਕੰਪਿਊਟਰਸ ਯੂਜ਼ ਹੁੰਦੇ ਨੇ। ਬੈਸਟ ਕਿਹੜੀ ਕਲਾਸੀਫਿਕੇਸ਼ਨ ਹੈ, ਨੈਚੁਰਲ ਫਾਈਲੋਜੈਨੇਟਿਕ। ਤੇ ਮੋਸਟ ਐਡਵਾਂਸਡ ਕਿਹੜੀ ਹੁੰਦੀ ਹੈ, ਨੂਮੈਰਿਕਲ, ਕਿਉਂਕਿ ਉਹਦੇ ਅੰਦਰ ਕੰਪਿਊਟਰਸ ਦਾ ਯੂਜ਼ ਹੁੰਦਾ ਤੇ ਇੱਕ ਟਾਈਮ ਤੇ ਬਹੁਤ ਸਾਰੇ ਆਪਾਂ ਫੈਕਟਰਸ ਨੂੰ ਕੰਸੀਡਰ ਕਰ ਸਕਦੇ ਹਾਂ। ਹੁਣ ਇਹਦੇ ਅੰਦਰ ਆਪਾਂ ਨੇ ਦੋ ਡਿਸਕਸ ਕਰਨੇ, ਇੱਕ ਤਾਂ ਪ੍ਰੈਕਟੀਕਲ ਤੇ ਨੈਚੁਰਲ ਦੇ ਅੰਦਰ ਕੁਝ ਡਿਵੀਜ਼ਨ ਹੈ। ਤਾਂ ਹੁਣ ਜਿਹੜਾ ਪ੍ਰੈਕਟੀਕਲ ਹੈ, ਪ੍ਰੈਕਟੀਕਲ ਜਿਹੜਾ ਸਿਸਟਮ ਸੀਗਾ, ਇਟ ਇਜ਼ ਬੇਸਡ ਔਨ ਇਕਨੋਮਿਕ ਇੰਪੋਰਟੈਂਸ। ਮਤਲਬ ਜਿਵੇਂ ਕਿ ਕੁਝ ਪਲਾਂਟਸ ਤੋਂ ਆਪਾਂ ਨੂੰ ਵੁੱਡ ਯੂਜ਼ ਹੁੰਦੀ ਹੈ, ਕੁਝ ਦੀ ਮੈਡੀਸਿਨਲ ਪ੍ਰੋਪਰਟੀਜ਼ ਹੈ, ਤਾਂ ਉਹਦੇ ਬੇਸਿਸ ਤੇ ਮੈਂ ਕਲਾਸੀਫਾਈ ਕੀਤਾ ਸੀ। ਹੁਣ ਉਸ ਤੋਂ ਬਾਅਦ ਇੱਕ ਆ ਜਾਂਦੇ ਨੈਚੁਰਲ। ਨੈਚੁਰਲ ਕੀ ਸੀਗਾ, ਔਨ ਦੀ ਬੇਸਿਸ ਆਫ, if it based on ਜਾਂ on the basis of ਕੀ ਕਹਿੰਦੇ, gross morphology, gross morpho। ਹੁਣ ਇਹਦੇ ਅੰਦਰ ਕਿਸੇ ਦਾ reproductive characters are given more weightage ਹੁੰਦੇ ਇਹਦੇ ਅੰਦਰ। Reproductive characters are given more importance, ਠੀਕ ਹੈ। ਹੁਣ ਇਹਨੂੰ ਅੱਗੇ ਦੋ ਚ ਕਲਾਸੀਫਾਈ ਕਰਦੇ ਹਾਂ, ਇੱਕ ਨੂੰ ਤਾਂ ਬੋਲਦੇ हैं ਨੈਚੁਰਲ ਫਾਰਮਲ, ਠੀਕ ਹੈ। ਇੱਕ ਨੂੰ ਬੋਲਦੇ हैं ਨੈਚੁਰਲ फाइलोजेनेटिक, ठीक है। नैचुरल फॉर्मल ते नैचुरल फाइलोजेनिक। ਹੁਣ ਜਿਹੜਾ ਨੈਚੁਰਲ ਫਾਰਮਲ ਹੈ, ਉਹਦੇ ਅੰਦਰ ਜਿਹੜੀ ਫਾਈਲੋਜੈਨੀ ਹੈ is not considered। ਤੇ ਜਿਹੜਾ ਨੈਚੁਰਲ ਫਾਈਲੋਜੈਨੇਟਿਕ ਹੈ, ਉਹਦਾ ਦੂਜਾ ਨਾਮ ਕੀ ਹੈ, ਉਹਨਾਂ ਨੂੰ ਬੋਲਦੇ ਕਲੈਡਿਸਟਿਕ ਕਲਾਸੀਫਿਕੇਸ਼ਨ। ਕਲੈਡਿਸਟਿਕ ਕਲਾਸੀਫਿਕੇਸ਼ਨ, ਠੀਕ ਹੈ। ਫਾਈਲੋਜੈਨੀ ਇਜ਼ ਕੰਸਿਡਰਡ। ਹੁਣ ਜਿਹੜੇ ਬੈਸਟ ਸਿਸਟਮ ਅਗਰ ਪੁੱਛਿਆ ਜਾਵੇ ਕਿਹੜਾ ਹੈ, ਤਾਂ ਬੈਸਟ ਇਜ਼ ਨੈਚੁਰਲ ਫਾਈਲੋਜੈਨੇਟਿਕ, ਇਹ ਬੈਸਟ ਸਿਸਟਮ ਹੈ। ਹੁਣ ਉਸ ਤੋਂ ਬਾਅਦ ਆ ਜਾਂਦਾ ਅੱਗੇ, ਹੁਣ ਆਪਾਂ ਚੱਲਦੇ ਹਾਂ ਹੁਣ ਹਰ ਇੱਕ ਗਰੁੱਪ ਦੇ ਅੰਦਰ। ਸਭ ਤੋਂ ਪਹਿਲਾਂ ਹੁਣ ਆਪਾਂ ਡਿਸਕਸ ਕਰਾਂਗੇ ਐਲਗੀ। ਹੁਣ ਜਿਵੇਂ ਐਨੀਮਲਸ ਲਈ ਕੀ ਵਰਡ ਯੂਜ਼ ਹੁੰਦਾ, ਫਾਈਲਮ, ਬਟ ਪਲਾਂਟਸ ਲਈ ਕੀ ਵਰਡ ਯੂਜ਼ ਹੁੰਦਾ, ਡਿਵੀਜ਼ਨ। ਤਾਂ ਪਹਿਲੀ ਡਿਵੀਜ਼ਨ ਜਿਹੜੀ ਆਪਣੀ ਐਲਗੀ। ਹੁਣ all algae are chlorophyll bearing, simple, thyroid, autotrophic and largely aquatic। chlorophyll bearing मतलब ਉਹਨਾਂ ਕੋਲ chlorophyll ਹੈ,
तो फोटोसिंथेसिस करते अपना फूड तक खुद सिंथेसिस करते हैं। फिर सिंपल है थैलाइड मतलब एम सरफेस ਤੇ ਬਸ ਇੱਕ ਸਿੰਪਲ ਬੋਡੀ ਹੈ, ਉਹਦੇ ਕੋਈ ਕੰਪਲੈਕਸ ਸਟਰਕਚਰ ਨਹੀਂ ਹੈ, ਮੋਸਟਲੀ ਮੈਂ ਸਰਫੇਸ ਨਾਲ ਅਟੈਚ ਹੁੰਦੀ ਹੈ ਤੇ ਉਹਦੀ ਐਸਿਡ ਹਾਈਟ ਨਹੀਂ ਹੁੰਦੀ ਹੈ ਜ਼ਿਆਦਾ। ਜਿਵੇਂ ਸਰਫੇਸ ਹੈ ਤੇ ਉਹਦੇ ਤੋਂ ਬਸ ਐਵੇਂ ਬੋਡੀ ਹੈ ਤਾਂ ਹੋ ਜਾਏਗਾ ਥੈਲਾਇਡ ਬੋਡੀ। ਫਿਰ ਆਟੋਟ੍ਰੋਫਿਕ ਹੈ, ਲਾਰਜਲੀ ਐਕੁਆਟਿਕ ਤੇ ਫਰੈਸ਼ ਵਾਟਰ ਤੇ ਮਰੀਨ ਵਾਟਰ ਦੋਨਾਂ ਦੇ ਅੰਦਰ ਮਿਲਦੀ ਹੈ। ਦੇ ਕਰ ਇਨ ਵੈਰਾਈਟੀ ਆਫ ਹੈਬਿਟੈਟ ਜਿਵੇਂ ਕਿ moist stones, soils and woods। ਫਿਰ ਉਸ ਤੋਂ ਬਾਅਦ ਆਉਂਦਾ some of them also occur in association with fungi ਤੇ animals। fungi ਦੀ ਜਗ੍ਹਾ ਮਿਲਦੀ ਹੈ ਤੇ ਲਾਈਕਨ ਬੋਲਦੇ ਤੇ animals ਦੀ ਜਿਵੇਂ sloth bear ਤੇ। The form and size of algae are highly variable, ranging from coloniate forms like volvox and the filamentous form like Eleutheryx and Spirogyra। ਹੁਣ ਜਿਹੜਾ ਸਾਈਜ਼ ਆਫ ਤੇ ਫਾਰਮ ਹੈ ਬਹੁਤ ਵੇਰੀਏਬਲ ਹੈ। ਆਪਣੇ ਮਾਈਕਰੋਸਕੋਪਿਕ ਤੋਂ ਲੈ ਕੇ ਜਿਵੇਂ ਗ੍ਰੋਸ ਮੈਕਰੋਸਕੋਪਿਕ ਮਿਲੇਗਾ ਜਿਹੜਾ ਬਹੁਤ 1-1 ਮੀਟਰ ਲੌਂਗ ਵੀ ਹੁੰਦੀਆਂ ਨੇ ਜਾਂ ਫਿਰ ਮਲਟੀਪਲ ਮੀਟਰਸ ਲੌਂਗ ਵੀ ਮਿਲ ਜਾਂਦੇ ਸਟਰਕਚਰ। ਤਾਂ ਜਿਵੇਂ ਸਿੰਪਲ ਰੇਂਜਿੰਗ ਫਰਮ ਸਿੰਪਲ ਕਲੋਨੀਅਲ ਕਿਹੜਾ ਫਾਰਮ ਹੈ ਵੋਲਵੋਕਸ। ਤੇ ਉਸ ਤੋਂ ਬਾਅਦ ਫਿਲਾਮੈਂਟਸ ਫਾਰਮਸ ਕਿਹੜੇ यूलोथ्रिक्स and Spirogyra। A few marine forms such as marine in the kelps, ਇਹ ਕੀ ਹੁੰਦੇ these form massive plant bodies, massive plant bodies। ਹੁਣ ਕੁਝ ਐਗਜ਼ਾਮਪਲਸ ਹੈ ਜਿਵੇਂ ਕਿ ਸਲੌਥ ਬੀਅਰ ਦੇ ਉੱਤੇ ਕਿਹੜੀ ਫੰਗਸ ਸੌਰੀ ਨਹੀਂ ਐਲਗੀ ਮਿਲਦੀ ਹੈ ਤਾਂ ਫਾਈਲੋਸਸ ਮਿਲਦੀ ਹੈ ਜਿਹਨੂੰ ਜਿਹੜੀ ਐਕਚੁਅਲੀ ਤਾਂ ਵੈਸੇ ਬਿਊਟਿਨ ਆਉਂਦੀ ਹੈ ਬਟ ਬੋਲ ਦਿੰਦੇ। ਉਸ ਤੋਂ ਬਾਅਦ ਇਸ ਤੋਂ ਇਲਾਵਾ ਮੋਲਸਕਨਸ ਹੁੰਦੇ ਨੇ, ਮੋਲਸਕ ਤੇ ਵੀ ਆਪਾਂ ਨੂੰ ਮਿਲਦੀ ਹੈ ਐਲਗੀ, ਮੋਲਸਕ ਤੇ ਸ਼ੈਲਸ ਤੇ ਮਿਲਦੀ ਹੈ। ਉਹ ਕਿਹੜੇ ਹੁੰਦੀ ਹੈ ਲਾਡੋਪੋਰਾ। ਠੀਕ ਹੈ ਤਾਂ ਤਿੰਨ ਹੋ ਰਹੇ ਫੰਗਸ, ਐਨੀਮਲਸ ਜਿਵੇਂ ਸਲੌਥ ਬੀਅਰ ਤੇ ਮੋਲਸਕਸ। ਹੁਣ ਇਸ ਤੋਂ ਬਾਅਦ ਆ ਜਾਂਦਾ ਕਿ ਜਿਹੜੇ ਜੇ ਐਲਗੀ ਹੈ ਨਾ ਉਹ ਕਿਵੇਂ ਰੀਪਲੇਸ ਕਰਦੀ ਹੈ। It reproduces by vegetative, asexual and sexual methods। जो vegetative reproduction है is done by fragmentation। ठीक है, when each fragment develops into a thallus। फिर उसके बाद asexual reproduction है। asexual reproduction क्या होती है by production of different types of spores। when जब the most common spore केड़ा है zoospore। asexual reproduction like they are flagellated, motile। zoospores ਕੀ ਹੁੰਦੇ ਨੇ flagellated ਹੁੰਦੇ ਨੇ। ਫਿਰ ਉਸ ਤੋਂ ਬਾਅਦ on germination give rise to new plants। ਹੁਣ ਜਦੋਂ sexual reproduction ਹੁੰਦੀ ਹੈ ਤਾਂ sexual reproduction ਦੇ ਅੰਦਰ ਕੀ ਹੁੰਦਾ fusion of two gametes ਹੁੰਦਾ। now the gametes can be flagellated and similar in size। ਨੇ examples ਬਹੁਤ important ਕਿ flagellated ਤੇ similar in size ਹੋਏਗਾ ਤੁਹਾਨੂੰ ਬੋਲਾਂਗੇ ਉਹ ਮਿਲਦੇ यूलोथ्रिक्स ਦੇ ਅੰਦਰ। when ਜੇ non flagellated, non motile but similar in size हो तो स्पायरोगायरा ਦੇ ਅੰਦਰ ਮਿਲਦਾ ਹੈ। ਤੇ ਇਹ ਜੇ ਰਿਪਰੋਡਕਸ਼ਨ ਨੂੰ ਕੀ ਬੋਲਦੇ ਆਈਸੋਗੈਮਸ, ਮਤਲਬ ਦੋਨੋਂ ਗੈਮੇਟਸ ਸਿਮਿਲਰ ਹੈ ਜਾਂ ਤਾਂ ਦੋਨੋਂ ਮੋਟਾਈਲ ਜਾਂ ਦੋਨੋਂ ਨਾਨ ਮੋਟਾਈਲ ਤੇ ਸਾਈਜ਼ ਵੀ ਸਿਮਿਲਰ। ਹੁਣ ਜਿਹੜਾ ਫਿਊਜ਼ਨ ਆਫ two gametes which are dissimilar in size species of the ਇਹਦੇ ਨਾਲ ਕਿਹਦੇ ਨਾਲ ਮਿਲਦਾ ਹੈ ਯੂਡੋਰੀਨਾ ਦੇ ਅੰਦਰ। ਤੇ ਰਿਪਰੋਡਕਸ਼ਨ ਨੂੰ ਕੀ ਬੋਲਾਂਗੇ ਸੌਰੀ ਫਰਟੀਲਾਈਜੇਸ਼ਨ ਨੂੰ ਐਨਾਈਸੋਗੈਮਸ। The fusion between one large non-motile static female gamete and a smaller motile male gamete is termed as oogamous। ਕੀ ਬੋਲਿਆ ਗਿਆ ਲਾਰਜ है non-motile है static है female gamete ਤੇ smaller motile male gamete ਇਹਨੂੰ ਕੀ ਬੋਲਦੇ oogamous। ਇਹ ਮਿਲਦਾ ਵੋਲਵੋਕਸ ਤੇ ਫਸਕਸ ਦੇ ਅੰਦਰ। ਤੇ ਉਸ ਤੋਂ ਇਲਾਵਾ ਕੁਝ ਹੋਰ ਵੀ ਐਗਜ਼ਾਮਪਲਸ ਜਿਹਦੇ ਅੰਦਰ ਮਿਲਦਾ ਜਿਵੇਂ ਕਿ ਸਰਗੈਜ਼ਮ ਗੈਸ फिर SARGASSUM फिर रूडोफाइट्स के अंदर भी मिलता है। ये क्राइडार्गिया ग्रुप है क्लेमाइडोमोनास के अंदर मिलता है।
Leviathan. ਹੁਣ ਅੱਗੇ ਚੱਲਦੇ ਹਾਂ। ਹੁਣ ਉਹਦੇ ਕੁਛ ਡਾਇਗਰਾਮਸ ਹੈ, ਇਹ ਡਾਇਗਰਾਮਸ ਨੂੰ ਦੇਖੀਏ ਥੋੜਾ। ਪਹਿਲਾਂ ਆਪਾਂ ਨੇ ਦੇਖੋ ਪਹਿਲੇ ਡਾਇਗਰਾਮ ਦੇ ਅੰਦਰ ਗ੍ਰੀਨ ਐਲਗੀ ਦਿੱਤੀ ਹੋਈ ਆ, ਇਹਨਾਂ ਦਾ ਨਾਮ ਕੀ ਹੈ ਤੇ ਆਪਾਂ ਨੂੰ ਇਹ ਯਾਦ ਹੋਣੀ ਚਾਹੀਦੀ ਹੈ ਬਿਨਾਂ ਲੇਬਲਿੰਗ ਦਿੱਤੇ ਹੋਏ ਕਿ ਆਹ ਡਾਟਰ ਕਾਲੋਨੀ ਹੈ, ਉੱਪਰ ਪੇਰੈਂਟ ਕਾਲੋਨੀ ਹੈ, ਇਹ ਹੈ ਵॉलवर्क्स। ਦੂਜਾ ਆਏਗਾ ਆਪਾਂ ਨੇ ਲੰਬਾ ਫਿਲਾਮੈਂਟਸ ਸਟਰਕਚਰਸ ਦਿਖਦੇ ਹੈ। ਫਿਲਾਮੈਂਟਸ ਦੇ ਅੰਦਰ ਆਪਾਂ ਨੇ ਕਿਹੜੀ ਕਿਹੜੀ ਐਗਜ਼ਾਮਪਲਸ ਪੜ੍ਹੀਆਂ ਸੀ, ਯੂਲੋਥ੍ਰਿਕਸ ਤੇ ਸਪਾਇਰੋਗਾਇਰਾ। ਇਹ ਕਿਹਦਾ ਸਟਰਕਚਰ ਹੈ, ਯੂਲੋਥ੍ਰਿਕਸ ਦਾ। ਇਹਦੇ ਅੰਦਰ ਆਪਾਂ ਦੇਖਦੇ ਹਾਂ ਵॉलवर्क्स ਦੇ ਅੰਦਰ ਕਿ ਕਲੋਨੀਅਲ ਅਰੇਂਜਮੈਂਟ ਹੈ, ਕॉलोनीज ਬਣੀ ਹੋਈਆਂ ਨੇ। ਹੁਣ ਦੂਜਾ ਆ ਕੇ ਇਹ ਹੈ ਬਰਾਊਨ ਐਲਗੀ। ਬਰਾਊਨ ਐਲਗੀ ਦਾ ਜਿਹੜਾ ਸਟਰਕਚਰ ਹੁੰਦਾ ਉਹ ਡਿਵਾਈਡਡ ਹੁੰਦਾ। ਸਭ ਤੋਂ ਪਹਿਲਾਂ ਨੀਚੇ ਹੋਲਡ ਫਾਸਟ ਮਟੀਰੀਅਲ ਸਬਸਟ੍ਰੇਟਿਵ ਸੌਰੀ ਮਤਲਬ ਸਰਫੇਸ ਨਾਲ ਅਟੈਚਡ ਹੁੰਦਾ। ਉਸ ਤੋਂ ਬਾਅਦ ਸਟਾਈਪ ਆਉਂਦੇ ਕਿ ਫਰੌਂਡ ਆਉਂਦੇ। ਫਿਰ ਆ ਫਰੌਂਡ ਹੋ ਰਹੇ ਤੇ ਉਹਦੇ ਫਰੌਂਡ ਹੈ ਕਿਆ ਸਟਾਈਪ ਹੈ ਤੇ ਉਹਦੇ ਨੀਚੇ ਹੋਲਡ ਫਾਸਟ ਹੈ। ਠੀਕ ਹੈ। ਹੁਣ ਜੋ ਇਹਦਾ ਨਾਮ ਹੈ ਪਹਿਲੀ ਫੰਗਸ ਦਾ, ਸੌਰੀ ਫੰਗਸ ਦੀ ਐਲਗੀ ਦਾ, ਉਹਦਾ ਨਾਮ ਹੈ ਲੈਮੀਨੇਰੀਆ। ਲੈਮੀਨੇਰੀਆ। ਦੂਜੀ ਹੈ ਫਿਊਕਸ। ਫਿਊਕਸ। ਫਿਰ ਫਿਊਕਸ ਦੇ ਅੰਦਰ ਕੀ ਹੁੰਦਾ ਕਿ ਇਹਨਾਂ ਦਾ ਕੁਛ ਏਅਰ ਬਲੈਡਰਸ ਪ੍ਰੈਜ਼ੈਂਟ ਹੁੰਦੇ ਨੇ ਤੇ ਮਿਡਰਿਪ ਪ੍ਰੈਜ਼ੈਂਟ ਹੁੰਦੀ ਹੈ। ਏਅਰ ਬਲੈਡਰ, ਮਿਡਰਿਪ। ਫਿਰ ਲਾਸਟ ਆ ਗਿਆ, ਲਾਸਟ ਕਿਹੜਾ ਹੈ, ਡਿਕਟਿਓਟਾ। ਡਿਕਟਿਓ। ਹੁਣ ਅੱਗੇ ਆ ਜਾਂਦਾ ਹੈ ਗ੍ਰਿਡਲ। ਗ੍ਰਿਡਲ ਕੀ ਹੁੰਦਾ, ਫਰੌਂਡ ਪ੍ਰੈਜ਼ੈਂਟ ਹੈ ਤੇ ਇਹਦਾ ਇਹ ਕਿਹੜਾ ਫॉर फायरम ਤੇ ਉੱਪਰ ਮੇਨ ਐਕਸਿਸ ਤੇ ਬ੍ਰਾਂਚेस ब्रांच दिखता है, ये पॉलीसाइकोन। ਹੁਣ ਆਪਾਂ ਚੱਲਦੇ ਹਾਂ ਅੱਗੇ। ਜਿਹੜਾ algae are useful to man in various ways and at least half of the total carbon dioxide fixation on earth is carried by algae through photosynthesis. Being photostatic, they increase the level of dissolved oxygen in their immediate environment. ਕੀ ਕਰਦੇ ਨੇ ਕਿਉਂਕਿ ਫੋਟੋਸਿੰਥੈਟਿਕ ਹੈ ਤਾਂ ਇਮੀਡੀਏਟ এনवायरमेंट ਦੇ ਜਿਹੜੀ ਆਕਸੀਜਨ ਦੀ dissolved amount ਹੈ percentage ਹੈ ਉਹ increase ਹੋਵਾਂਗੀ। They are of paramount importance as primary producers of energy-rich compounds which form the basis of food cycles of all the aquatic animals. ਕੀ ਬੋਲਿਆ ਇਹ paramount importance ਕਿਉਂ, ਕਿਉਂਕਿ primary producers of energy-rich compounds ਹੈ ਕਿਹੜੇ aquatic habitat ਦੇ ਅੰਦਰ, aquatic habitat ਦੇ ਅੰਦਰ aquatic animals like on the basis of which form the basis of food cycle. Considering many species of Porphyra and Levinadian sargassum are among the 70 species of marine algae used as food. ਕੀ ਹੋ ਰਿਹਾ ਕਿ ਜਿਵੇਂ ਕਿ Porphyra, Laminaria ਤੇ sargassum used in the food like. When certain marine brown and red algae produce large amounts of hydrocolloids. ਕੀ ਬੋਲਿਆ ਗਿਆ ਕੁਝ brown ਤੇ red algae हाइड्रोकोलॉइड्स प्रोड्यूस करते हैं वाटर होल्डिंग सब्सटेंसेस जिਵੇਂ ਕਿ एल्जिन जो ब्राउन एल्गी करता है ਤੇ कैरेक्टरी ਦਾ रेड एल्गी करता है। ये कमर्शियली बहुत यूज होते हैं। एल्गीज वन ऑफ द कमर्शियल agar is the one of the commercial products obtained from the Gelidium and Gracilia agar mineral Gelidium ਤੇ Gracilia are used new microbes and in preparation of ice creams and jellies। agar ਕਿੱਥੇ use ਹੁੰਦਾ growth of microbes nutrient media ਲਈ use ਹੁੰਦਾ ਹੈ formation ਲਈ ਉਹਦੇ। ਇਸ ਤੋਂ ਬਾਅਦ preparation of ice creams and jellies। ਹੁਣ ਜਿਹੜਾ chlorella ਹੈ ਇੱਕ unicellular algae rich in protein that is used as food supplement even by space animals। ਕਿਹੜਾ ਬੋਲਿਆ ਗਿਆ chlorella food supplement ਹੁੰਦਾ ਹੈ rich in protein ਹੁੰਦਾ। ਹੁਣ ਜਿਹੜਾ algae ਹੈ ਉਹ ਅੱਗੇ ਡਿਵਾਈਡ ਹੈ ਤਿੰਨ ਕਲਾਸਿਸ ਅੰਦਰ ਕਿਹੜਾ क्लोरोफाइसी, थियोफाइसी ਤੇ pseudoफाइसी।
बट जो सिंपल सेल प्रोटीन है मतलब प्लांट इज रिच इन प्रोटीन है ਇਹਦੇ ਅੰਦਰ ब्लू ग्रीन algae ਤੋਂ स्पाइरुलिना भी आ सकती है। फिर आगे ਆਪਾਂ ਚੱਲਦੇ हैं क्लोरोफाइसी ਤੇ ਜਿਹੜੇ ਮੈਂਬਰਸ ਆਫ क्लोरोफाइसी ਉਹਨੂੰ commonly ਬੋਲਦੇ हैं plant। The plant body may be unicellular, colonial or filamentous। ठीक है, या तो यूनिसेलुलर हो सकती है या फिर जस्मिन हो रहेगी या फिर फिलामेंटस होएगी। ਤੇ ਯੂਜਲੀ ਜਿਹੜੀ ਇਹਨਾਂ ਦੀ ਗ੍ਰਾਸ ਗ੍ਰੀਨ ਹੁੰਦੇ ਆ ਡੋਮੀਨੈਂਸ ਆਫ ਕੁਝ ਪਿਗਮੈਂਟਸ ਹੋते हैं ਜਿਹੜਾ क्लोरोफिल ए एंड बी है। क्लोरोफिल ए एंड बी ਹੁੰਦੇ ਗ੍ਰਾਸ ਗ੍ਰੀਨ। ਇਹ यूनिसेलुलर ਹੁੰਦੇ colonial ਹੁੰਦੇ ਜਾਂ ਫਿਰ ਫਿਲਾमेंटस। ਹੁਣ ਆਂਦਾ ਕਿ the pigments are localized in definite chloroplasts। definite chloroplast है ਉਹਨਾਂ ਦੇ ਅੰਦਰ pigments ਮਿਲਦੇ ਆ। the chloroplast can be discoid हो सकता है plate like reticulate या फिर cup shaped spiral या फिर ribbon shape। most of the members have one or more storage bodies called pyridinoids। pyridinoids in the chloroplast in the located ਹੁੰਦੇ ਆ storage bodies यानी। ਹੁਣ ਜਿਹੜਾ pyridinoid ਹੈ ਉਹ ਪ੍ਰੋਟੀਨ ਕੰਟੇਨ ਕਰਦੇ ਸਟਾਰਚ ਦੇ ਇਲਾਵਾ। ਠੀਕ ਹੈ, some algae may store food in the form of oil droplets। ਹੁਣ ਉਹਦੇ ਕੀ ਦੱਸਿਆ ਕਿ ਪ੍ਰੋਟੀਨ ਦੇ ਫਾਰਮ ਸਟੋਰ ਹੁੰਦੀ ਹੈ ਕਿਹਦੇ ਅੰਦਰ ਸਟੋਰ ਹੁੰਦੀ ਹੈ ਪਾਇਰੀਨੋਇਡਸ ਦੇ ਅੰਦਰ। ਪਾਇਰੀਨੋਇਡਸ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ ਕਲੋਰੋਪਲਾਸਟ ਦੇ ਅੰਦਰ। ਹੋ ਗਿਆ ਕਿ ਕੁਝ ਐਲਗੀ ਜਿਹੜੇ ਹੈਗੇ ਨੇ ਉਹ ਆਪਣਾ ਸਟੋਰ ਕਰਕੇ ਰੱਖਦੇ ਫੂਡ ਇਨ ਦੀ ਫਾਰਮ ਆਫ ਆਇਲ ਡ੍ਰੌਪਲੇਟਸ। ਸਟੋਰ ਫੂਡ ਇਨ ਦੀ ਫਾਰਮ ਆਫ ਆਇਲ ਡ੍ਰੌਪਲੇਟਸ। ਹੁਣ ਜਿਹੜਾ ਗ੍ਰੀਨ ਐਲਗੀ ਹੈ ਉਹਦੇ ਕੋਲ ਯੂਜਲੀ ਰਿਜਿਡ ਸੈਲ ਵਾਲ ਹੈ ਮੇਡ ਬਾਈ ਐਨ ਇਨਰ ਲੇਅਰ ਆਫ ਸੈਲੂਲੋਜ਼। ਕੀ ਬੋਲਿਆ ਗਿਆ, ਇਹਦੀ ਰਿਜਿਡ ਸੈਲ ਵਾਲ ਹੈ ਤੇ ਇਨਰ ਲੇਅਰ ਆਫ ਸੈਲੂਲੋਜ਼ ਹੈ ਤੇ ਆਊਟਰ ਲੇਅਰ ਹੈ। ਠੀਕ ਹੈ, ਹੁਣ कुछ आप एग्जांपल्स देखते हैं ऑन द बेसिस ऑफ शेप ऑफ द क्लोरोप्लास्ट। सबसे पहले हम बोलेंगे डिस्कॉइड। तो डिस्कॉइड अपन के अंदर मिलता है अपन मिलता है डिस्कॉइड चारा के अंदर। फिर इसके बाद प्लेट लाइक अपन मिलता है रिचेला। फिर उसके बाद रेटिकुलेट मिलता है और डाइकोनियम इस तो बाद आ जाते कप शिफ्ट कितने प्रेजेंट होता है एमाइडोमोनास ते क्लोरेला के अंदर। एमाइडोमोनास ते क्लोरेला के अंदर। फिर इस तो बाद आ जाता है रिबन या फिर स्पाइरल शेप। ये आंदे स्पाइरोगैरा के अंदर। फिर इस तो बाद आ जाता है गर्डल ते सैटेलाइट। यूलोथ्रिक्स फिर आंदे स्टिलेट। फिर उसके बाद आ जाते हैं स्टिलेट जिहड़ा है स्टिलेट अपन नूं मिलदा है डायग्नीमा के अंदर। फिर आंदे वेजिटेटिव प्रॉपर्टीज मतलब वेजिटेटिव रिप्रोडक्शन। सॉरी वेजिटेटिव रिप्रोडक्शन हुंदा किवें हुंदा फ्रैगमेंटेशन नाल या फिर डिफरेंट टाइप्स ऑफ स्पोर्स नाल। हुण जिहड़ा एसेक्सुअल रिप्रोडक्शन है वो यूज होंदे फ्लैजिलेटेड स्पोर्स। ठीक है, फ्लैजिलेटेड स्पोर्स कितने प्रोड्यूस होंगे ज़ूस्पोरेंजियम के अंदर। The asexual reproduction now considers variation in the type and formation of sexes and it may be isogamous and isogamous या फिर oogamous। मतलब ग्रीन एल्गी के अंदर तीनों फॉर्म्स मिल सकती हैं। ਜਿਹੜਾ commonly found green algae ਉਹਦੇ ਐਗਜ਼ਾਮਪਲਸ ਕੀ ਨੇ ਕਲੈਮਾਈਡੋਮੋਨਾਸ, यूरेथ्रिक्स, वॉलवॉक्स, पायरोगायरा ਤੇ ਚਾਰਾ। ਹੁਣ ਆਪਾਂ ਆ ਜਾਂਦੇ ਹਾਂ ਕਿ
ਇਹਨਾਂ ਦੇ ਕੁਝ ਫੀਚਰਸ ਦੇ ਉੱਤੇ। ਹੁਣ ਜਿਹੜਾ ਯੂਰੋਥ੍ਰਿਕਸ ਹੈ ਉਹ ਹੁੰਦਾ ਤੇ ਸਪਾਇਰੋਗਾਇਰਾ ਉਹ ਹੈ ਫਿਲਾਮੈਂਟਸ ਅਨਬ੍ਰਾਂਚਡ, ਉਹ ਆਪਾਂ ਨੇ ਸਟਾਰਟਿੰਗ ਦੇ ਅੰਦਰ ਹੀ ਪੜ੍ਹਿਆ। ਫਿਰ ਉਸ ਤੋਂ ਬਾਅਦ ਆ ਜਾਂਦੇ ਕਲੈਡੋਫੋਰਾ, ਉਹ ਵੀ ਗ੍ਰੀਨ ਐਲਗੀ, ਉਹ ਬਟ ਹੁੰਦੇ ਫਿਲਾਮੈਂਟਸ ਤੇ ਬ੍ਰਾਂਚਡ। ਫਿਰ ਉਸ ਤੋਂ ਬਾਅਦ ਆਉਂਦੇ ਕਲੋਰੇਲਾ, ਜਿਹੜਾ ਕਲੋਰੇਲਾ ਹੈ ਉਹ ਵੀ ਇਹਦੇ ਅੰਦਰ ਹੀ ਆਉਂਦਾ, ਮਤਲਬ ਉਹ ਕਿੰਗਡਮ ਪ੍ਰੋਟਿਸਟਾ ਦੇ ਅੰਦਰ 5 ਕਿੰਗਡਮ ਕਲਾਸੀਫਿਕੇਸ਼ਨ ਦੇ ਅੰਦਰ ਤੇ ਉਹ ਯੂਨੀਸੈਲੂਲਰ। ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ, ਜਿਹੜਾ ਗੈਮੀਟਸ ਹੁੰਦੇ ਨੇ ਨਾ, ਸੌਰੀ ਜ਼ੂਸਪੋਰਸ, ਜਿਹੜੇ ਏਸੈਕਸ਼ੁਅਲ ਰਿਪਰੋਡਕਸ਼ਨ ਲਈ ਯੂਜ਼ ਹੁੰਦੇ ਨੇ, ਉਹ ਆਪਾਂ ਨੂੰ ਪੜ੍ਹਿਆ ਕਿ ਫਲੈਸ਼ ਰਿਲੇਟਡ ਹੁੰਦੇ ਆ। ਤੇ ਇੱਕ ਵਾਰ ਇਹ ਕਿਸੇ ਮੌਕ ਟੈਸਟ ਦੇ ਅੰਦਰ ਕੁਐਸਚਨ ਆ ਗਿਆ ਸੀ ਕਿ ਜਿਹੜੇ ਇਹਦੇ ਅੰਦਰ ਫਲੈਸ਼ਲਾ ਹੈ ਉਹ ਅਟੈਚਡ ਹੁੰਦੇ ਨੇ ਐਪੀਕਲੀ, ਇਹਨਾਂ ਨੰਬਰ ਕਿੰਨਾ ਹੁੰਦੇ 2 to 8 ਇਨ ਨੰਬਰ। ਠੀਕ ਹੈ, ਹੁਣ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਫੀਓਫਾਈਸੀ ਤੇ। ਫੀਓਫਾਈਸੀ ਕੀ ਹੈ ਕਿ ਜਿਹੜਾ ਮੈਂਬਰਸ ਆਫ ਫੀਓਫਾਈਸੀ ਹੈ ਜਾਂ ਫਿਰ ਬਰਾਊਨ ਐਲਗੀ ਹੈ ਉਹ ਪ੍ਰਾਇਮਰੀਲੀ ਆਪਾਂ ਨੂੰ ਕਿੱਥੇ ਮਿਲਦੇ, ਮਰੀਨ ਹੈਬਿਟੈਟ। ਹੁਣ ਉਰੇ ਆ ਜਾਂਦਾ ਇੰਪੋਰਟੈਂਸ ਮਰੀਨ ਹੈਬਿਟੈਟਸ ਦਾ। They show great variation in size and form. Size and form ਦੇ ਅੰਦਰ ਬਹੁਤ variation. They range from simple branch filamentous forms, ਜਿਵੇਂ ਕਿ ectocarpus, to profusely branched organs as represented by calves. ਫਿਰ ਉਸ ਤੋਂ ਬਾਅਦ ਹੋ ਜਾਂਦੇ they may reach a height of 100 meters. They possess chlorophyll A and C and carotenoids and xanthophyls. ਹੁਣ ਜਿਹੜੇ ਕੈਲਪਸ ਹੈ ਉਹ ਮੈਨੂੰ ਜਿਵੇਂ ਦੱਸਿਆ ਸੀ ਬਹੁਤ ਮੈਸਿਵ ਪਲਾਂਟ ਬੋਡੀਜ਼ ਬਣਾਉਂਦੇ ਨੇ, ਉਹ 100 ਮੀਟਰਸ ਵੀ ਬਣਾ ਲੈਂਦੇ ਐਕਟੋਕਾਰਪਸ। ਫਿਰ ਇਹਨਾਂ ਦੇ ਅੰਦਰ ਹੁਣ ਪਿਗਮੈਂਟਸ ਕਿਹੜੇ ਹੈ, ਉਹ ਹੈ ਕਲੋਰੋਫਿਲ A, C, ਕੈਰੋਟੀਨੋਇਡਸ ਐਂਡ xanthophyls. They vary in color from olive green to various shades of brown. ਇੱਥੋਂ from olive green to various shades of browns depending upon the amount of xanthophyll pigment fucoxanthin is present. ਹੁਣ ਆ ਜਾਂਦਾ ਜਿਹੜਾ ਇਹਨਾਂ ਦਾ ਫੂਡ ਹੈ, ਫੂਡ ਕਿਵੇਂ ਮਿਲਦਾ ਆਪਾਂ ਨੂੰ, ਮਤਲਬ ਬਰਾਊਨ ਐਲਗੀ ਨੂੰ, ਇਹਨਾਂ ਜਿਹੜਾ ਫੂਡ ਸਟੋਰ ਹੁੰਦਾ ਐਜ਼ ਅ complex carbohydrate store ਹੁੰਦਾ, ਇਹਨੂੰ ਸਟੋਰ ਐਜ਼ ਅ complex carbohydrate which may be in form of ਲੈਮਿਨਾਰਿਨ ਜਾਂ ਫਿਰ ਮੈਨੀਟੋਲ। ਹੁਣ ਜਿਹੜਾ ਵੈਜੀਟੇਟਿਵ ਸੈਲਸ ਹੈ ਉਹਨਾਂ ਕੋਲ ਸੈਲੂਲੋਜ਼ਿਕ ਸੈਲ ਵਾਲਸ ਹੈ, usually covered on the outside by gelatinous coating of algae. Cellulosic cell wall है covered by gelatinous coating of algae. When the chloroplast contains, in addition to plastids, a centrally located vacuole. ठीक है, उनकी वजह कि प्रोटोप्लास्ट तो है ही, the plastids जो होंगे in the centrally located vacuole and nucleus. फिर उसके बाद ਜਿਹੜਾ plant body ਹੁੰਦਾ ਹੈ, it is usually attached to a substratum by holdfast. ਜਿਵੇਂ ਆਪਾਂ ਡਾਇਗਰਾਮ ਦੇ ਵਿੱਚ ਦੇਖਿਆ ਸੀ ਕਿ ਸਬਸਟ੍ਰੇਟਮ ਨਾਲ ਅਟੈਚ ਹੁੰਦੇ ਹੋਲਡਫਾਸਟ ਨਾਲ। ਫਿਰ ਉਸ ਤੋਂ ਬਾਅਦ ਇੱਕ ਸਟਾਕ ਹੁੰਦੀ ਹੈ ਜਿਹਨੂੰ ਟਾਈਪ ਬੋਲਦੇ ਨੇ, ਐਂਡ ਲੀਫ ਲਾਈਕ ਫੋਟੋਸਿੰਥੈਟਿਕ ਆਰਗਨ ਉਹਨੂੰ ਫਰੌਨ ਬੋਲਦੇ ਨੇ। ਤੇ ਵੈਜੀਟੇਟਿਵ ਰਿਪਰੋਡਕਸ਼ਨ ਹੈ ਉਹ ਕਿਵੇਂ ਹੁੰਦੀ ਹੈ, ਫਰੈਗਮੈਂਟੇਸ਼ਨ ਨਾਲ। ਫਿਰ ਉਸ ਤੋਂ ਬਾਅਦ ਏਸੈਕਸ਼ੁਅਲ ਰਿਪਰੋਡਕਸ਼ਨ ਹੁੰਦੀ ਹੈ, ਉਹ ਕਿਵੇਂ ਹੁੰਦੀ ਹੈ, ਵੈਲ ਬਾਈ ਫਲੈਜਲੇਟਡ ਜ਼ੂਸਪੋਰਸ, ਜਿਹੜਾ ਪੀਅਰ ਸ਼ੇਪਡ ਹੈ ਤੇ ਅਨਯੂਜ਼ਡ ਹੈ ਤੇ ਦੋ ਇਕੁਅਲ ਟੂ ਅਨਇਕੁਅਲ ਲੈਟਰਲੀ ਅਟੈਚਡ ਫਲੈਜਲਾ ਹੁੰਦੇ ਨੇ। ये बोला कि बायोफ्लैजेलेटेड ज़ूस्पोर्स है, pear shaped है, ये two unequally attached, laterally attached flagella. बनाते sexual reproduction में भी आइसोगैमस या फिर अनाइसोगैमस या फिर ओगैमस, मतलब ਇਹਦੇ ਅੰਦਰ ਵੀ ਆਪਾਂ ਨੂੰ ਤਿੰਨੋਂ ਦੇਖਣ ਨੂੰ ਮਿਲਦੇ ਨੇ। ਹੁਣ ਜਿਹੜਾ ਯੂਨੀਅਨ ਆਫ ਗੈਮੀਟ ਹੈ ਉਹ ਜਾਂ ਤਾਂ ਵਾਟਰ ਦੇ ਅੰਦਰ ਹੁੰਦੇ ਜਾਂ ਫਿਰ ਵਿਦਿਨ ਓਵੋਨੀਅਮ ਹੁੰਦਾ, ਵਾਟਰ ਜਾਂ ਫਿਰ ਵਿਦਿਨ ਓਵੋਨੀਅਮ। The gametes are pyriform and bear two laterally attached flagella. ਹੁਣ ਜਿਹੜਾ ਉਹ ਹੈ ਗੈਮੀਟ ਹੈ ਉਹ ਕੀ ਹੁੰਦੇ ਪਾਇਰੀਫਾਰਮ, ਪੀਅਰ ਸ਼ੇਪਡ ਹੈ ਮਤਲਬ। ਉਸ ਤੋਂ ਬਾਅਦ ਜਿਹੜਾ bear two flagella laterally attached, ਫਿਰ ਉਸ ਤੋਂ ਬਾਅਦ ਆਉਂਦਾ the common
forms are ਇਹਦੇ ਹੁਣ basic common examples ਕਿਹੜੀਆਂ ਨੇ Ectocarpus, Dictyota, Laminaria, Sargassum and Fucus. ਆ ਜਾਂਦਾ ਅੱਗੇ ਆਪਣਾ ਰੈਡ ਐਲਗੀ। ਹੁਣ ਜਿਹੜਾ ਰੈਡ ਐਲਗੀ ਹੈ ਉਹ ਕਿਉਂ ਹੁੰਦਾ predominance of red pigment, predominance of red pigment, red pigment ਕਿਹੜਾ ਹੁੰਦਾ R5 ਪਰ majority of the red algae are marine with greater concentration found in warmer areas. In the red algae ਹੁੰਦਾ marine ਹੁੰਦਾ but ਫਿਰ found in warmer areas. They occur in both well-lighted regions close to the surface of water. कि well-lighted regions होंगे फिर उसके बाद आ जाते हैं also they grow at depth in oceans where relative little light penetrate. Great depth. फिर नारे ने जो red supply of most of the red algae होते हैं वो multicellular होते हैं. Multicellular. Some of them here है कि some of them have complex body organization. ਹੁਣ ਜਿਹੜਾ food ਹੁੰਦਾ ਉਹ store ਹੁੰਦਾ ਹੈ Floridian starch. ਸਭ ਦਾ storage ਦਾ method different ਹੈ which is very similar to amylopectin and glycogen in nature. फिर उसके बाद आ जाते हैं the red algae usually reproduces vegetatively by fragmentation. They reproduce asexually by non-motile spores and sexually by the non-motile spores. Sexual reproduction is oogamous and is accompanied by complex post-fertilization development. ये बोले oogamous के अंदर की single large female gamete ਹੁੰਦੇ ਤੇ small motile male gamete ਹੁੰਦਾ ਹੈ। ਫਿਰ ਉਸ ਤੋਂ ਬਾਅਦ ਆਉਂਦਾ ਉਹਨਾਂ ਦੇ ਕੁਝ common examples ਜਿਵੇਂ ਕਿ Polycyphonia, Porphyra, Gracilaria ਤੇ Gelidium. ਹੁਣ ਉਹਦੇ ਇੱਕ ਟੇਬਲ ਆਇਆ ਸੀਗਾ ਪਹਿਲਾਂ ਉਹਨੂੰ ਡਿਸਕਸ ਕਰਦੇ ਹਾਂ। ਇਹਦੇ ਨਾਲ ਤਿੰਨੋਂ ਜਿਹੜੇ ਐਲਗੇ ਦੀ ਕਲਾਸਿਸ ਹੈ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਗਿਆ ਤੇ ਕੰਪੈਰੀਜ਼ਨ ਹੋਇਆ। ਹੁਣ ਜਿਹੜਾ ਐਲਗੀ ਹੈ ਗ੍ਰੀਨ ਐਲਗੀ ਮੇਜਰ ਪਿਗਮੈਂਟਸ ਕਲੋਰੋਫਿਲ A ਤੇ B ਹੈ ਤੇ ਉਸ ਤੋਂ ਇਲਾਵਾ ਹੋਰ ਕਿਹੜੇ ਪਿਗਮੈਂਟਸ ਹੈ ਬੀਟਾ ਕੈਰੋਟਿਨ, ਲੂਟੀਆ ਜ਼ੈਂਥੋਫਿਲ ਫਿਰ ਵਿਓਲਾ ਜ਼ੈਂਥੋਫਿਲ। Toad foot starch, cell wall cellulose. फिर उसके बाद the flagella number and position is of insertion is 2 and 8 equal apical ਜਿਹੜਾ ਮੈਂ ਦੱਸਿਆ ਸੀਗਾ। ਹੁਣ ਇਹ ਕਿੱਥੇ ਮਿਲਦੇ ਆ ਇਹ ਫਰੈਸ਼ ਵਾਟਰ, ਬ੍ਰੈਕਿਸ਼ ਵਾਟਰ ਤੇ ਸਾਲਟ ਵਾਟਰ ਦੇ ਅੰਦਰ ਮਿਲਣਗੇ। ਹੁਣ ਅੰਦਰ ਪਾਈਕੋਪਾਈਸੀ ਇਹ ਯੂਜ਼ ਹੁੰਦਾ ਬਰਾਊਨ ਐਲਗੀ ਦੇ ਅੰਦਰ ਤੇ ਪਿਗਮੈਂਟਸ ਤੋਂ ਹੀ ਆਏਗੀ ਕਲੋਰੋਫਿਲ A, C ਐਂਡ ਫਿਊਕੋਜ਼ੈਂਥੀਨ ਤੇ ਸ਼ੇਅਰ ਕਰਨ ਦੇ ਮੈਨੀਟੋਲ ਤੇ ਇਮਿਨਾਰਿਨ। ਫਿਰ ਇਸ ਤੋਂ ਬਾਅਦ ਆ ਜਾਂਦਾ अपना rhodophytes यानी chlorophyll A, D, cyclis, chlorophyll A, D, pyrethrin, फिर उसके बाद Floridian starch। वो मैनिटोल सीगा, नेमिनारिन सीगा, Floridian starch है। नहीं सेल वॉल क्या में बनेंगे सेल्यूलोज एंड एल्जिन, 2 unequal lateral। इधर सेल्यूलोज, पेक्टिन, पॉलीसल्फेट एस्टर्स ਨਾਲ ਬਣਦੀ ਹੈ ਤੇ ਜਿਹੜੇ asexual spores ਹੈ ਉਹ ਹੁੰਦੇ ਐਬਸੈਂਟ ਦੇ ਅੰਦਰ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ। ਹੁਣ ਫਰੈਸ਼ ਵਾਟਰ ਜਾਂ ਬ੍ਰੈਕਿਸ਼ ਵਾਟਰ, ਸਾਲਟ ਵਾਟਰ ਇਹ ਸਭ ਇਹਨਾਂ ਦਾ ਹੈਬਿਟੈਟ ਹੈ। ਹੁਣ ਉਹਦੇ ਆਪਾਂ ਆ ਜਾਂਦੇ ਹਾਂ ਬ੍ਰਾਇਓਫਾਈਟਾ ਤੇ। ਜਿਹੜਾ ਬ੍ਰਾਇਓਫਾਈਟਾ ਹੈ ਉਹ ਇੰਕਲੂਡ ਕਰਦੇ ਮੌਸਸ ਤੇ ਲਿਵਰਵੋਰਟਸ ਨੂੰ। ਇਹ ਬੋਲਿਆ ਗਿਆ ਦੋ ਚੀਜ਼ਾਂ ਹੁੰਦੀਆਂ ਨੇ ਮੌਸਸ ਤੇ ਲਿਵਰਵੋਰਟਸ। They are found commonly growing in moist shaded areas in the hills. ਕਿੱਥੇ ਮਿਲਦੇ ਨੇ moist shaded areas ਤੇ ਮਿਲਦੇ ਨੇ hills ਦੇ ਅੰਦਰ। ਹੁਣ ਉਹਦੇ ਡਾਇਗਰਾਮਸ ਹੈ ਕੁਛ, ਪਹਿਲੀ ਡਾਇਗਰਾਮ ਤੇ ਦੂਜੀ ਡਾਇਗਰਾਮ। ਹੁਣ ਇਹ ਤੇ ਪੜ੍ਹ ਕੇ ਜਿਹੜੇ ਲਿਖਿਆ ਆਰਚੀਗੋਨੀਆਪੁਰ ਤੇ ਐਂਥਰੀਡੀਓਪੁਰ ਮਤਲਬ ਜਾਂਦੇ 6 organs ਹੈ ਤੇ ਆਰਚੀਗੋਨੀਆ ਦਾ ਮਤਲਬ ਇਹ ਫੀਮੇਲ ਹੈ, ਐਂਥਰੀਡੀਓਪੁਰ ਦਾ ਮਤਲਬ ਮੇਲ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਤੁਹਾਨੂੰ ਕਿਆ ਕਬ ਦਿਖ ਜਾਵੇਗਾ ਤੇ ਰਾਈਜ਼ੋਇਡਸ ਦਿਖ ਰਹੇ ਹੋਣਗੇ। ਉਸ ਤੋਂ ਬਾਅਦ ਆ ਜਾਂਦੇ ਦੂਜੀ ਦੋ ਡਾਇਗਰਾਮਸ। ਨੀਚੇ ਆਪਣੇ ਰਾਈਜ਼ੋਇਡਸ ਦਿਖ ਰਹੇ ਫਿਰ ਮੇਨ ਐਕਸਿਸ ਫਿਰ ਲੀਵਸ ਫਿਰ ਸੇਕਿਆ ਤੇ
कैप्सूल से कैप्सूल ये अपन एक बार बात कर डिस्कस करांगे पहले ब्रायोफाइट पढ़ के फिर अच्छी तरह समझ आ जाएगा तो ਜਿਹੜਾ ब्रायोफाइट्स है उन्होंने ਕੀ बोलते हैं एम्फीबियंस ऑफ प्लांट किंगडम क्यों बोलते हैं क्योंकि दे ਜਿਹੜੇ प्लांट है वो सॉइल ਦੇ ਅੰਦਰ ਰਹਿ ਸਕਦੇ ਨੇ but are dependent on water for their sexual reproduction water ਤੇ dependent है for sexual reproduction they usually occur in damp humid and shaded localities damp humid shaded localities the point of view they play an important role in the plant succession and on bare rocks and soil. when the plant body of bryophytes हो या तो is more differentiated होंगे algae तो thallus is it is thallus like and prostate or erect and attached to the substratum. तो की बोलेगा जो प्लांट बॉडी है ब्रायोफाइट आती है वो एल्गी होंगी है तो उन्हें की बोलियो कि थैलस लाइक होंगी है ते prostrate ਤੇ erectile they are attached to the substratum by unicellular multicellular rhizoids फिर इसके बाद आ जाएंगे they lack true roots ये important पॉइंट आता है कि they lack true roots उसके अलावा stems भी नहीं है leaves भी नहीं है they may possess root like leaves like stem like structures but actually root leaf stem नहीं होंगे ये बोलेगा कि structures होंगे ये ध्यान रखना root like leaves like stem like फिर उसके बाद जानेंगे the main plant body of the bryophytes is the main plant body of the bryophyte is haploid. फिर उसके बाद आ जाएंगे it produces gametes and hence is called gametophyte. The sex organs in bryophytes are multicellular. ये multicellular होंगे ने उसके बाद जो मेल ऑर्गन है उन्हें क्या बोलेंगे एंथेरिडियम जो वो प्रोड्यूस करते हैं बाइफेसिलेट एंथेरोइड्स उसके बाद जो फीमेल सेक्स ऑर्गन है वो उन्हें बोलते हैं आर्चिकोनियम बोलते हैं आर्चिकोनियम is a flask shaped and produce a single egg कि होंगे flask shaped है एक single egg produce करता है the enterozoids are released into water where they come in contact with the archegonium in the enterozoids too are released water में release करता है enterozoids too फिर उसके बाद वाटर के अंदर रिलीज करता है जैसे ही वो आर्चिकोनियम के अंदर कांटेक्ट के अंदर आते तो an anthroid fuses with the eggs to produce the zygocyte. जो zygotes हैं सॉरी zygote प्रोड्यूस हो गए उन जो zygote हैं वो रिडक्शन नहीं अंडरगो होंगे हैं immediately they produce a multicellular body उनको बोले स्पोरोफाइट ठीक है जो स्पोरोफाइट है it is not free-living but attached to the photosynthesis gametophyte and derives nutrition from it और ये सेप्रोफाइट नहीं है ये खाना नहीं बना सकती इसके बाद इन्हें फिर उसके बाद आ जाता है some cells of the saprophytes undergo reduction tension meiosis to produce haploid spores. These spores germinate to produce gametophyte. उनकी आएगा the bryophytes in general are little economic importance, but some bryophytes in general, but some mosses they provide food for herbaceous mammals. ये कर दे फिर birds and other animals. There is species of Sadnam hunda, a moss, provide feed that have been long used as a fuel and as a packing material for
ट्रांसशिपमेंट ऑफ ट्रांसशिपमेंट ऑफ लिविंग मटीरियल, क्योंकि इन्हां दी कैपेसिटी हुंदी है टू होल्ड वाटर। फिर उसके बाद ਜਿਹੜੇ ਹੁਣ ਮੋਜ਼ਿਸ ਹੈ ਉਹ ਲਾਈਕਨ ਦੇ ਨਾਲ ਫਸਟ ਟਾਈਮ ਦੇ ਪਰ first what plants to colonize rocks and hence are declared to great technological importance. They decompose rocks, making the substrate similar, suitable for the growth of higher plants. Substrate ਨੂੰ colonize ਕੀਤਾ ਤੇ ਸਭ ਤੋਂ ਪਹਿਲੀ ਸੀ ਜਿਨ੍ਹਾਂ ਨੇ land ਨੂੰ colonize ਕੀਤਾ stones. They decompose rocks, making the substrate suitable for the growth of higher plants. Since the mosses form dense mats on the soil, so in the soil, first what can they reduce the impact of falling rain, prevent soil erosion, fights divided into liverworts and mosses. Hunande ne liverworts. Liverworts के ਹੁੰਦਾ ਨਾ ਕਿ ਜਿਹੜੇ usually grow ਹੁੰਦੇ ਨੇ moist shady habitats के अंदर, ਜਿਵੇਂ ਕਿ bank of streams, marshy ground, damp soils, bark of trees, upper deep roots. जो plant body of liverworts है वो ਹੁੰਦੀ thalloid. Involved marchantia. The thallus is dorsiventral closely pressed to the substrate. Dorsiventral ਹੁੰਦੇ ਤੇ substrate ਨਾਲ pressed ਹੁੰਦੇ. The leafy members have tiny leaf-like appendages. ये बोलिया leaf-like branches. फिर ਇਹ ਦੋ rows ਅੰਦਰ stem-like structure ਬਣਾਉਂਦੇ. Asexual reproduction ਕਿਵੇਂ ਹੁੰਦੀ ਹੈ? By fragmentation of thalli, by the formation of specialized structures called gamete. ਇਹ और एक specialized structure ਹੁੰਦੇ ਨੇ gamete. जो gamete ਹੁੰਦਾ ਉਹ green multicellular asexual buds, small receptacles, तो ਉਹਨਾਂ ਨੂੰ ਕੀ ਬੋਲਦੇ हैं? Gamete. Its location ਨੂੰ thalli ਤੇ. The gamete becomes detached from the parent body and germinate to form new individuals. ये हुआ कि gamete मतलब gamete तो ਕੀ ਹੁੰਦਾ ਹੈ ਕਿ ਉਹ detach ਹੋ ਜਾਂਦੇ ਨੇ ਆਪਣੀ parent body ਤੋਂ, ਫਿਰ ਉਸ ਤੋਂ ਬਾਅਦ detach from the parent body ਤੇ germinate ਕਰਕੇ ਨਵਾਂ individual ਬਣਾਉਂਦੇ ਨੇ। ਹੁਣ sexual reproduction ਕਿਵੇਂ ਹੁੰਦੀ ਹੈ? Male and female sex. Organs are produced either on the same or different thalli. Same after different thalli, and the saprophyte is differentiated into a foot seta and capsule. After meiosis, spores are produced within the capsule. First of all, your spores germinate and तो feed germination stands for gametophyte, sorry. ये spore germinate to form seed and gametophyte. For under mosses, ये ਹੁੰਦੇ predominant stage of life cycle की ਹੁੰਦੀ है gametophyte, which consists of two stages. पहला stage ਹੁੰਦਾ protonema stage, ਤੇ ਦੂਜਾ stage ਹੁੰਦਾ leafy stage. तो पहला stage ਹੁੰਦਾ directly spore to develop ਹੁੰਦਾ, ਤੇ ਦੂਜਾ stage ਉਹ ਹੁੰਦਾ creeping green branched and frequently filamentous stage. The dújá stage ਹੁੰਦਾ leafy stage ਹੁੰਦਾ, which develops from the secondary protonema as a lateral growth. It consists of upright cylinder axis bearing spirally arranged leaves. फिर उसके बाद अंदर they're attached to soil to multicellular and branches acellular. ਕੀ ਬੋਲੇਗਾ ਕਿ ਜਿਹੜਾ attached ਨੇ soil ਨਾਲ ਉਹ multicellular ਤੇ branched rhizoids ਹੁੰਦੇ ਨੇ, ਤੇ stages ਨੂੰ ਕੀ ਬੋਲਦੇ ਨੇ? This stage bears sex organs. ਫਿਰ ਉਸ ਤੋਂ ਬਾਅਦ ਆਂਦੇ ਕਿ ਜੋ vegetative reproduction ਹੁੰਦੇ mosses ਦੇ ਅੰਦਰ ਉਹ fragmentation ਹੁੰਦੇ ਤੇ budding ਨਾਲ ਹੁੰਦੇ ਤੇ secondary protonema ਨਾਲ। In sexual reproduction, the sex organs are antheridia archicuna and are produced at the apex of leafy shoots. The fertilization of zygote developed into a sporophyte consisting of foot, seed, and capsule. With the saprophyte and the mosses
more elaborate than the Latin liver words. They were more elaborate. Integral, the capsule contains spores. The spores are formed after meiosis. The meiosis have an elaborate mechanism of spore dispersion. Mechanism ਹੁੰਦੇ proper spore dispersion का. ਇਹਨਾਂ ਦੇ ਕੁਝ examples ਕੀ ਨੇ ਜਿਵੇਂ ਕਿ ਮੋਜ਼ਸ ਦੀ ਫਿਨੇਰੀਆ ਪੋਲੀਟ੍ਰਾਈਕਮ ਦੇ ਸਪੈਗਨਮ। ਤਾਂ ਇਹਦੇ ਨਾਲ ਆਪਾਂ ਅੱਜ ਦੇ ਲੈਕਚਰ ਦੇ ਅੰਦਰ ਇਹੀ ਡਿਸਕਸ ਕੀਤਾ ਆਪਾਂ ਨੇ ਕਿ ਬ੍ਰਾਇਓਫਾਈਟਸ ਦਾ ਥੋੜਾ ਉੱਪਰ ਓਵਰਵਿਊ ਲਿਖਿਆ। ਨੈਕਸਟ ਦੇ ਅੰਦਰ ਆਪਾਂ ਥੋੜਾ ਬ੍ਰਾਇਓਫਾਈਟਸ ਨੂੰ ਅੱਛੀ ਤਰ੍ਹਾਂ ਹੋਰ ਡਿਸਕਸ ਕਰਾਂਗੇ ਕਿ ਕੁਝ ਡਾਇਗਰਾਮਸ ਹੈ। ਫਿਰ ਉਸ ਤੋਂ ਬਾਅਦ ਆਪਾਂ ਨੇ ਐਲਗੀਨੋ ਪੜ੍ਹਿਆ ਅੱਛੀ ਤਰ੍ਹਾਂ, ਫਿਰ ਤੇ ਕਲਾਸੀਫਿਕੇਸ਼ਨ ਸਿਸਟਮਸ ਦੇ ਬਾਰੇ। ਤੇ ਚੈਪਟਰ ਦੇ ਅੰਦਰ ਅੰਡਰਸਟੈਂਡ ਬਹੁਤ ਕੁਝ ਯਾਦ ਕਰਨ ਲਈ ਹੈ ਤੇ ਕਿੰਗਡਮ ਪਲਾਂਟ ਉਨੀ ਈਜ਼ੀਲੀ ਯਾਦ ਵੀ ਨਹੀਂ ਹੁੰਦਾ, ਬਟ ਇਹਨੂੰ ਮਲਟੀਪਲ ਰੀਡਿੰਗਸ ਦੇ ਰਹੇ ਕਿ ਅੱਛੀ ਤਰ੍ਹਾਂ ਸਮਝ ਕੇ ਕਾਫੀ ਯਾਦ ਕਰ ਸਕਦੇ ਤੇ ਰਿਟੈਂਸ਼ਨ ਹੋ ਸਕਦੀ ਹੈ। ਤੇ ਇਹਦੇ ਅੰਦਰ ਕਾਫੀ ਕੁਐਸਚਨਸ ਇੱਕ ਦੋ ਕੁਐਸਚਨਸ ਤਾਂ ਆ ਹੀ ਜਾਂਦੇ ਨੇ। ਸੋ ਗਿਵ ਅ ਗੁੱਡ ਰੀਡਿੰਗ, ਇਹਨੂੰ ਅੱਛੀ ਤਰ੍ਹਾਂ ਪੜ੍ਹਨਾ ਜਿੰਨਾ ਵੀ ਇਸ ਲੈਕਚਰ में ਕੰਪਲੀਟ ਹੋਇਆ। ਤੇ ਨੈਕਸਟ ਲੈਕਚਰ ਦੇ ਅੰਦਰ ਆਪਾਂ ਬ੍ਰਾਇਓਫਾਈਟਸ ਦੀ ਡਿਟੇਲ ਚ ਮਤਲਬ ਥੋੜਾ ਹੋਰ ਅੱਛੀ ਤਰ੍ਹਾਂ ਪੜਾਂਗੇ ਤੇ ਉਸ ਤੋਂ ਬਾਅਦ ਟੈਰਿਡੋਫਾਈਟਸ ਔਨਵਰਡਸ ਕੰਟੀਨਿਊ ਕਰਾਂਗੇ। So have a good day and happy learning.